ਪਾਠ 4 ਮਾਂ ਬੋਲੀ ਪੰਜਾਬੀ। ਮਾਂ ਬੋਲੀ ਪੰਜਾਬੀ ਇੱਕ ਕਵਿਤਾ ਹੈ। ਆਓ ਅਧਿਐਨ ਕਰੀਏ। ਜਦੋਂ ਗੱਲ ਕਵਿਤਾ ਦੀ ਹੋਵੇ ਤਾਂ ਮਨ ਵਿੱਚ ਖਿਆਲ ਆਉਂਦਾ ਹੈ ਕਿ ਕਵਿਤਾ ਕੀ ਹੈ। ਆਓ ਦੇਖਦੇ ਹਾਂ ਕਿ ਕਵਿਤਾ ਕਿਸ ਨੂੰ ਆਖਦੇ ਹਨ। ਕਵਿਤਾ ਸਾਹਿਤ ਦਾ ਇੱਕ ਰੂਪ ਹੈ। ਕਵਿਤਾ ਇੱਕ ਕਲਾ ਹੈ, ਇੱਕ ਅਜਿਹੀ ਸ਼ਬਦ ਰਚਨਾ ਜਿਸ ਵਿੱਚ ਖਿਆਲ, ਕਲਪਨਾ ਅਤੇ ਤਾਲ ਦਾ ਸੁਮੇਲ ਹੋਵੇ। ਮਾਂ ਬੋਲੀ ਪੰਜਾਬੀ ਕਵਿਤਾ ਦਾ ਅਧਿਐਨ ਕਰਨ ਤੋਂ ਪਹਿਲਾਂ ਮੈਂ ਮਾਂ ਬੋਲੀ ਦਾ ਅਰਥ ਸਪਸ਼ਟ ਕਰਨਾ ਚਾਹਾਂਗੀ। ਪਿਆਰੇ ਵਿਦਿਆਰਥੀਓ, ਮਾਂ ਬੋਲੀ ਭਾਵ ਉਹ ਬੋਲੀ ਜੋ ਬੱਚਾ ਜਨਮ ਸਮੇਂ ਆਪਣੀ ਮਾਂ ਅਤੇ ਆਪਣੇ ਆਲੇ ਦੁਆਲੇ ਤੋਂ ਸਿੱਖਦਾ ਹੈ, ਉਸਨੂੰ ਮਾਂ ਬੋਲੀ ਆਖਦੇ ਹਨ। ਮਾਂ ਬੋਲੀ ਪੰਜਾਬੀ ਕਵਿਤਾ। ਵਿਦਿਆਰਥੀਓ, ਮੈਂ ਇਸ ਕਵਿਤਾ ਦੀਆਂ ਦੋ ਸਤਰਾਂ ਪੜ੍ਹਦੀ ਜਾਵਾਂਗੀ ਅਤੇ ਉਸ ਦੀ ਵਿਆਖਿਆ ਕਰਦੀ ਜਾਵਾਂਗੀ। ਤੁਸੀਂ ਇਸ ਕਵਿਤਾ ਨੂੰ ਧਿਆਨ ਨਾਲ ਸੁਣਨਾ ਹੈ ਅਤੇ ਇਸ ਨਾਲ ਸੰਬੰਧਿਤ ਵਰਕਸ਼ੀਟ ਨੂੰ ਹੱਲ ਕਰਨਾ ਹੈ। ਆਓ ਕਵਿਤਾ ਦਾ ਅਧਿਐਨ ਕਰੀਏ। ਮਾਂ ਬੋਲੀ ਤੋਂ ਸਦਕੇ ਜਾਈਏ, ਇਸ ਦੀ ਮਹਿਮਾ ਸਦਾ ਹੀ ਗਾਈਏ। ਕਵੀ ਆਖਦਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਸਦਕੇ ਜਾਣਾ ਚਾਹੀਦਾ ਹੈ, ਭਾਵ ਕੁਰਬਾਨ ਜਾਣਾ ਚਾਹੀਦਾ ਹੈ। ਇਸ ਦੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣੀ ਚਾਹੀਦੀ ਹੈ। ਇਸ ਦੀ ਮਹਿਮਾ ਸਦਾ ਹੀ ਗਾਈਏ। ਸਾਨੂੰ ਇਸ ਦਾ ਗੁਣਗਾਨ ਕਰਦੇ ਰਹਿਣਾ ਚਾਹੀਦਾ ਹੈ। ਮਾਂ ਬੋਲੀ ਨੂੰ ਕਰੀਏ ਪਿਆਰ, ਮਾਂ ਵਾਂਗੂ ਕਰੀਏ ਸਤਿਕਾਰ। ਕਵੀ ਆਖਦਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ, ਆਪਣੀ ਮਾਂ ਵਾਂਗ ਹੀ ਇਸ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦਾ ਅੱਖਰ ਅੱਖਰ ਸਿੱਖੀਏ, ਸ਼ਬਦ ਸ਼ਬਦ ਪੜ੍ਹ ਸੁੰਦਰ ਲਿਖੀਏ। ਕਵੀ ਆਖਦਾ ਹੈ ਕਿ ਸਾਨੂੰ ਮਾਂ ਬੋਲੀ ਪੰਜਾਬੀ ਦਾ ਇੱਕ ਇੱਕ ਅੱਖਰ ਬੜੇ ਧਿਆਨ ਨਾਲ ਸਿੱਖਣਾ ਚਾਹੀਦਾ ਹੈ। ਇਸ ਨੂੰ ਸੁੰਦਰ ਅਤੇ ਸਾਫ਼ ਲਿਖਾਈ ਵਿੱਚ ਲਿਖਣਾ ਚਾਹੀਦਾ ਹੈ, ਕਿਉਂਕਿ ਵਿਦਿਆਰਥੀਓ, ਜੇਕਰ ਸਾਡੀ ਆਪਣੀ ਬੋਲੀ ਤੇ ਪਕੜ ਮਜ਼ਬੂਤ ਹੋਵੇਗੀ ਤਾਂ ਹੀ ਅਸੀਂ ਦੂਜੀਆਂ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਾਂ। ਇਸ ਵਿੱਚ ਬਚਪਨ ਮੌਜਾਂ ਮਾਣੇ, ਮਾਂ ਦੀ ਮਮਤਾ ਕੋਈ ਨਾ ਜਾਣੇ। ਕਵੀ ਆਖਦਾ ਹੈ ਕਿ ਮਾਂ ਬੋਲੀ ਵਿੱਚ ਸਾਡਾ ਬਚਪਨ ਮੌਜਾਂ ਮਾਣਦਾ ਹੈ। ਜਿਵੇਂ ਮਾਂ ਬੋਲੀ ਰਾਹੀਂ ਹੀ ਅਸੀਂ ਬੋਲਣਾ, ਹੱਸਣਾ, ਕੁੱਦਣਾ, ਬੇਫਿਕਰਾਪਣ ਸਿੱਖਦੇ ਹਾਂ। ਮਾਂ ਦੀ ਮਮਤਾ ਕੋਈ ਨਾ ਜਾਣੇ। ਇੱਥੇ ਕਵੀ ਨੇ ਮਾਂ ਬੋਲੀ ਦੀ ਤੁਲਨਾ ਮਾਂ ਨਾਲ ਕੀਤੀ ਹੈ। ਉਹ ਆਖਦਾ ਹੈ ਕਿ ਜਿਵੇਂ ਇੱਕ ਮਾਂ ਦੇ ਪਿਆਰ ਨੂੰ ਬੱਚਾ ਹੀ ਸਮਝ ਸਕਦਾ ਹੈ, ਇਵੇਂ ਹੀ ਮਾਂ ਬੋਲੀ ਦੀ ਮਹੱਤਤਾ ਨੂੰ ਸਿਰਫ ਇੱਕ ਪੰਜਾਬੀ ਹੀ ਸਮਝ ਸਕਦਾ ਹੈ, ਕੋਈ ਹੋਰ ਨਹੀਂ। ਇਹ ਕਰਦੀ ਸੁਪਨੇ ਸਾਕਾਰ, ਇਸ ਵਿੱਚ ਸਾਡਾ ਸੱਭਿਆਚਾਰ। ਕਵੀ ਆਖਦਾ ਹੈ ਕਿ ਮਾਂ ਬੋਲੀ ਸਾਡੇ ਸੁਪਨੇ ਸਾਕਾਰ ਕਰਦੀ ਹੈ। ਜਿਵੇਂ ਅਸੀਂ ਜੋ ਕੁਝ ਵੀ ਇਸ ਤੋਂ ਸਿੱਖਦੇ ਹਾਂ, ਉਹ ਸਾਡੇ ਜੀਵਨ ਵਿੱਚ ਸਾਨੂੰ ਸਫਲ ਬਣਾਉਂਦੀ ਹੈ। ਉਹੀ ਸਿੱਖਿਆ ਸਾਡੇ ਜੀਵਨ ਵਿੱਚ ਸਾਨੂੰ ਸਫਲ ਬਣਾਉਂਦੀ ਹੈ। ਇਸ ਵਿੱਚ ਸਾਡਾ ਸੱਭਿਆਚਾਰ। ਕਵੀ ਆਖਦਾ ਹੈ ਕਿ ਮਾਂ ਬੋਲੀ ਵਿੱਚ ਸਾਡਾ ਸੱਭਿਆਚਾਰ ਮੌਜੂਦ ਹੁੰਦਾ ਹੈ, ਭਾਵ ਪਿਛੋਕੜ ਮੌਜੂਦ ਹੁੰਦਾ ਹੈ। ਸਾਡੇ ਵੱਡੇ ਵਡੇਰਿਆਂ ਦਾ ਰਹਿਣ ਸਹਿਣ, ਖਾਣ ਪੀਣ, ਰੀਤੀ ਰਿਵਾਜ ਆਦਿ ਇਸ ਵਿੱਚ ਸ਼ਾਮਿਲ ਹੁੰਦੇ ਹਨ। ਫਰੀਦ ਨਾਨਕ ਭਗਤਾਂ ਦੀ ਬਾਣੀ, ਵਾਰਸ ਸ਼ਾਹ ਲਿਖੀ ਪ੍ਰੀਤ ਕਹਾਣੀ। ਕਵੀ ਆਖਦਾ ਹੈ ਕਿ ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਵਰਗੇ ਭਗਤਾਂ ਨੇ ਵੀ ਮਾਂ ਬੋਲੀ ਪੰਜਾਬੀ ਵਿੱਚ ਰਚਨਾਵਾਂ ਲਿਖੀਆਂ ਹਨ। ਵਾਰਸ ਸ਼ਾਹ ਲਿਖੀ ਪ੍ਰੀਤ ਕਹਾਣੀ। ਪੰਜਾਬੀ ਦਾ ਮਸ਼ਹੂਰ ਕਿੱਸਾਕਾਰ ਵਾਰਸ ਸ਼ਾਹ ਨੇ ਵੀ ਪ੍ਰੀਤ ਕਹਾਣੀ ਦੀ ਰਚਨਾ ਮਾਂ ਬੋਲੀ ਵਿੱਚ ਕੀਤੀ ਹੈ। ਸੂਫੀ ਕਿੱਸਾਕਾਰਾਂ ਦੀ ਇਹ ਬੋਲੀ ਲਿਖਤਾਂ ਵਿੱਚ ਜਿਨ੍ਹਾਂ ਮਿਸ਼ਰੀ ਘੋਲੀ। ਕਵੀ ਆਖਦਾ ਹੈ ਕਿ ਸੂਫੀ ਕਵੀਆਂ ਅਤੇ ਕਿੱਸਾਕਾਰਾਂ ਨੇ ਵੀ ਮਾਂ ਬੋਲੀ ਵਿੱਚ ਰਚਨਾਵਾਂ ਕਰਕੇ ਇਸ ਵਿੱਚ ਹੋਰ ਮਿਠਾਸ ਭਰ ਦਿੱਤੀ ਹੈ। ਅੰਮ੍ਰਿਤਾ ਮੋਹਨ ਸਿੰਘ ਕਵਿਤਾ ਦੇ ਤਾਰੇ, ਸ਼ਿਵ ਪਾਤਰ ਸਭਨਾਂ ਨੂੰ ਪਿਆਰੇ। ਕਵੀ ਆਖਦਾ ਹੈ ਕਿ ਮਸ਼ਹੂਰ ਕਵਿਤਰੀ ਅੰਮ੍ਰਿਤਾ ਪ੍ਰੀਤਮ, ਕਵੀ ਮੋਹਨ ਸਿੰਘ, ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਕਵੀ ਸੁਰਜੀਤ ਪਾਤਰ ਜਿਹੇ ਕਵੀਆਂ ਨੇ ਵੀ ਮਾਂ ਬੋਲੀ ਵਿੱਚ ਰਚਨਾਵਾਂ ਕਰਕੇ ਇਸ ਨੂੰ ਇੱਕ ਵਿਲੱਖਣ ਰੂਪ ਦਿੱਤਾ ਹੈ। ਸਾਨੂੰ ਜਿੰਦ ਜਾਣ ਤੋਂ ਪਿਆਰੀ, ਸਾਰੇ ਜੱਗ ਵਿੱਚ ਜਾਏ ਸ਼ਿੰਗਾਰੀ। ਕਵੀ ਆਖਦਾ ਹੈ ਕਿ ਇਹ ਮਾਂ ਬੋਲੀ ਸਾਨੂੰ ਜਿੰਦ ਜਾਨ ਤੋਂ ਪਿਆਰੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਰੁਤਬਾ ਪੂਰੇ ਜਹਾਨ ਵਿੱਚ ਹੋਏ, ਸਾਰਾ ਜਹਾਨ ਇਸ ਦਾ ਸਤਿਕਾਰ ਕਰੇ ਅਤੇ ਸਮਾਜ ਵਿੱਚ ਇਸ ਦੀ ਅਮਿੱਟ ਛਾਪ ਹੋਵੇ, ਭਾਵ ਇਹ ਸਾਡੇ ਜਹਾਨ ਵਿੱਚੋਂ ਕਦੇ ਵੀ ਨਾ ਮਿਟੇ। ਮਾਂ ਤੋਂ ਜਿਹੜਾ ਲਵੇ ਅਸੀਸਾਂ, ਕੌਣ ਕਰੇ ਪੰਜਾਬੀ ਦੀਆਂ ਰੀਸਾਂ। ਕਵੀ ਆਖਦਾ ਹੈ ਕਿ ਜਿਹੜਾ ਵਿਅਕਤੀ ਸਹੀ ਢੰਗ ਨਾਲ ਮਾਂ ਬੋਲੀ ਪੜ੍ਹਨੀ, ਲਿਖਣੀ ਅਤੇ ਬੋਲਣੀ ਸਿੱਖ ਜਾਂਦਾ ਹੈ, ਉਸਨੂੰ ਮਾਂ ਬੋਲੀ ਦੀ ਅਸੀਸ ਲੱਗਦੀ ਹੈ।
ਅਤੇ ਉਸ ਅਸੀਸ ਵਰਗੀ ਦੁਨੀਆ ਵਿੱਚ ਕੋਈ ਹੋਰ ਰੀਸ ਨਹੀਂ। ਸ਼ਬਦ ਅਰਥ ਸਦਕੇ ਭਾਵ ਕੁਰਬਾਨ, ਕਿਸੇ ਚੀਜ਼ ਤੋਂ ਕੁਰਬਾਨ ਜਾਣਾ, ਬਲਿਹਾਰੇ ਜਾਣਾ। ਮਹਿਮਾ ਵਡਿਆਈ ਭਾਵ ਕਿਸੇ ਦੀ ਤਾਰੀਫ ਕਰਨੀ। ਮਮਤਾ ਪਿਆਰ। ਸਾਕਾਰ ਕਰਨਾ ਪੂਰਾ ਕਰਨਾ ਭਾਵ ਸੁਪਨਾ ਸਾਕਾਰ ਕਰਨਾ, ਜਿਵੇਂ ਕਹਿ ਸਕਦੇ ਹਾਂ ਆਪਾਂ। ਸੱਭਿਆਚਾਰ ਜੀਵਨ ਜਿਉਣ ਅਤੇ ਰਹਿਣ ਸਹਿਣ ਦੀ ਚਲਦੀ ਆਈ ਜਾਂਚ, ਪਿਛੋਕੜ ਵੀ ਕਹਿ ਸਕਦੇ ਹਾਂ ਅਸੀਂ। ਅੰਮ੍ਰਿਤਾ ਅੰਮ੍ਰਿਤਾ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਦਾ ਨਾਮ ਹੈ, ਜੋ ਪੂਰਾ ਨਾਮ ਹੈ ਅੰਮ੍ਰਿਤਾ ਪ੍ਰੀਤਮ। ਸ਼ਿਵ ਸ਼ਿਵ ਵੀ ਪੰਜਾਬੀ ਦੇ ਮਸ਼ਹੂਰ ਕਵੀ ਦਾ ਨਾਮ ਹੈ, ਜਿਸ ਦਾ ਪੂਰਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ। ਪਾਤਰ ਪਾਤਰ ਵੀ ਪੰਜਾਬੀ ਦੇ ਮਸ਼ਹੂਰ ਕਵੀ ਦਾ ਨਾਮ ਹੈ, ਜਿਸ ਦਾ ਪੂਰਾ ਨਾਮ ਹੈ ਸੁਰਜੀਤ ਪਾਤਰ। ਅਸੀਸ ਅਸੀਸ ਦਾ ਭਾਵ ਹੁੰਦਾ ਹੈ ਆਸ਼ੀਰਵਾਦ।